ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਇੱਕ ਬਜ਼ੁਰਗ ਦੀ ਕਹਾਣੀ ਬਾਰੇ ਵਿਚਾਰ ਕਰਾਂਗੇ। ਉਹਦੀ ਦੁੱਖ ਭਰੀ ਦਾਸਤਾਨ ਕਿਵੇਂ ਖੁਸ਼ੀਆਂ ਵਿੱਚ ਬਦਲ ਗਈ। ਸਾਧ ਸੰਗਤ ਜੀ, ਅੱਜ ਕੱਲ੍ਹ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ। ਇਨਸਾਨੀਅਤ ਦਾ ਪੱਧਰ ਬਹੁਤ ਨੀਵਾਂ ਜਾ ਰਿਹਾ ਹੈ। ਆਪਣਿਆਂ ਤੋਂ ਦੂਰ ਹੋ ਰਹੇ ਹੈ। ਖੂਨ ਦੇ ਰਿਸ਼ਤੇ ਧੋਖਾ ਦੇ ਰਹੇ ਨੇ। ਸਾਧ ਸੰਗਤ ਜੀ, ਢਿੱਡੋਂ ਜੰਮੇ ਹੱਥਾਂ ਵਿੱਚ ਪਾਲੇ ਹੋਏ ਬੱਚੇ ਵੱਡੇ ਹੋ ਕੇ ਮਾਂ ਪਿਓ ਨੂੰ ਧੋਖਾ ਦੇ ਜਾਂਦੇ ਆ। ਗਿਆਨ ਤੋਂ ਬਗੈਰ ਰਿਸ਼ਤਿਆਂ ਦੀ ਅਹਿਮੀਅਤ ਸਮਝ ਨਹੀਂ ਆਉਂਦੀ। ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ, ਧੰਨ ਗੁਰੂ ਰਾਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਨੂੰ ਦਬਾ ਲਓ, ਭਾਵ ਘੰਟੀ ਨੂੰ ਦਬਾ ਲਓ, ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਲਾਈਕ ਅਤੇ ਕਮੈਂਟ ਕਰਕੇ ਸਾਡੀ ਸਮੁੱਚੀ ਹੀ ਟੀਮ ਨੂੰ ਆਸ਼ੀਰਵਾਦ ਜ਼ਰੂਰ ਦਿਓ। ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ, ਤਾਂ ਕਿ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ। ਇਸ ਬਜ਼ੁਰਗ ਦੀ ਕਹਾਣੀ ਨੂੰ ਸੁਣ ਕੇ ਕੀ ਪਤਾ ਕਿਸੇ ਨੂੰ ਅਕਲ ਆ ਜਾਵੇ। ਅਕਸਰ ਹੀ ਆਪਾਂ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ, ਖਬਰਾਂ ਦੇ ਵਿੱਚ ਸੁਣਦੇ ਹਾਂ ਕਿ ਪੁੱਤਰ ਨੇ ਆਪਣੇ ਮਾਤਾ ਪਿਤਾ ਨੂੰ ਘਰੋਂ ਕੱਢ ਦਿੱਤਾ, ਜਾਂ ਕਿਸੇ ਪੁੱਤਰ ਨੇ ਆਪਣੇ ਮਾਤਾ ਪਿਤਾ ਨੂੰ ਮਾਰ ਦਿੱਤਾ ਜ਼ਮੀਨ ਦੇ ਖਾਤਰ। ਜ਼ਮੀਨ ਜਾਇਦਾਦ ਦੇ ਖਾਤਰ ਅਕਸਰ ਹੀ ਰੋਜ਼ ਖਬਰਾਂ ਆਉਂਦੀਆਂ ਹਨ। ਪਿਓ ਪੁੱਤ ਨੂੰ ਮਾਰ ਰਿਹਾ ਹੈ, ਪੁੱਤ ਪਿਓ ਨੂੰ ਮਾਰ ਰਿਹਾ ਹੈ, ਮਾਂ ਦਾ ਕਤਲ, ਕਿਤੇ ਤਾਏ ਚਾਚਿਆਂ 'ਚ ਆਪਸ ਜ਼ਮੀਨ ਨੂੰ ਲੈ ਕੇ ਲੜਾਈ। ਮਾਇਆ ਵੱਡੀ ਹੋ ਗਈ, ਪੈਸਾ ਵੱਡਾ ਹੋ ਗਿਆ, ਰਿਸ਼ਤੇ ਨਾਤੇ ਛੋਟੇ ਹੋ ਗਏ ਨੇ। ਇਸੇ ਹੀ ਤਰ੍ਹਾਂ ਇਸ ਬਜ਼ੁਰਗ ਨਾਲ ਹੋਇਆ, ਜੋ ਕਿ ਯੂਪੀ ਦੇ ਰਹਿਣ ਵਾਲਾ ਸੀ। ਯੂਪੀ ਦੇ ਰਹਿਣ ਵਾਲਾ ਬਜ਼ੁਰਗ, ਉਹਦੇ ਧੀਆਂ ਪੁੱਤਰ ਸਭ ਉਹਨੂੰ ਛੱਡ ਗਏ। ਉਸ ਬਜ਼ੁਰਗ ਨੂੰ ਉਹਦੇ ਪੁੱਤਰਾਂ ਨੇ ਸੜਕ ਤੇ ਛੱਡ ਦਿੱਤਾ, ਰੁਲਣ ਵਾਸਤੇ। ਆਪਣੇ ਪਿਤਾ ਨੂੰ ਸੜਕਾਂ ਤੇ ਰੁਲਣ ਵਾਸਤੇ ਛੱਡ ਗਏ। ਜ਼ਿੰਦਗੀ ਦੀ ਅਹਿਮੀਅਤ ਉਦੋਂ ਸਮਝ ਆਉਂਦੀ ਹੈ ਜਦੋਂ ਬੰਦਾ ਆਪਣੇ ਘਰ ਤੋਂ ਦੂਰ ਹੋ ਜਾਂਦਾ ਹੈ। ਵਾਹਿਗੁਰੂ ਪਰਮਾਤਮਾ ਉਦੋਂ ਯਾਦ ਆਉਂਦਾ ਜਦੋਂ ਸਾਨੂੰ ਧੱਕੇ ਵੱਜਦੇ ਨੇ। ਉਹ ਬਜ਼ੁਰਗ ਬਹੁਤ ਦੁਖੀ ਹੋਇਆ ਜਦੋਂ ਉਹਦੇ ਪੁੱਤਰਾਂ ਨੇ ਉਹਨੂੰ ਘਰੋਂ ਕੱਢਤਾ। ਉਹ ਬਜ਼ੁਰਗ ਆਪਣੇ ਇੱਕ ਪੁਰਾਣੇ ਮਿੱਤਰ ਕੋਲ ਗਿਆ, ਜੋ ਕਿ ਦਿਹਾੜੀ ਕਰਦਾ ਸੀ। ਉਹ ਵੀ ਬਹੁਤ ਗਰੀਬ ਸੀ, ਕੋਈ ਇੰਨਾ ਅਮੀਰ ਨਹੀਂ ਸੀ। ਉਸ ਕੋਲ ਜਾ ਕੇ ਉਹਨੇ ਆਪਣੀ ਦਾਸਤਾਨ ਦੱਸੀ। ਅੱਗੋਂ ਉਹ ਗਰੀਬ ਮਿੱਤਰ ਨੇ ਕਿਹਾ ਵੀ ਬੇਲੀਆ, ਮੇਰੇ ਕੋਲ ਵੀ ਕੱਖ ਨਹੀਂ, ਨਾ ਹੀ ਮੈਂ ਤੈਨੂੰ ਰੋਟੀ ਦੇ ਸਕਦਾ ਹਾਂ, ਨਾ ਹੀ ਮੈਂ ਤੇਰੀ ਕੋਈ ਹੋਰ ਤਰ੍ਹਾਂ ਦੀ ਮਦਦ ਕਰ ਸਕਦਾ ਹਾਂ। ਇੱਕ ਜ਼ਰੂਰ ਕੰਮ ਕਰ ਸਕਦਾ ਹਾਂ ਕਿ ਮੇਰੇ ਕੋਲ ਇੱਕ ਸੜਕ ਤੇ ਟੁੱਟੀ ਪੁਰਾਣੀ ਦੁਕਾਨ ਪਈ ਹੈ, ਜਿਹਦੀ ਛੱਤ ਵੀ ਅੱਧੀ ਟੁੱਟੀ ਹੋਈ ਹੈ, ਜਿਹਦੀਆਂ ਕੰਧਾਂ ਤੋਂ ਵੀ ਸੀਮੈਂਟ ਝੜ ਚੁੱਕਿਆ ਹੈ। ਜੇ ਤੂੰ ਟਾਈਮ ਪਾਸ ਕਰਨਾ ਹੈ ਤਾਂ ਉਸ ਟੁੱਟੀ ਫੁੱਟੀ ਦੁਕਾਨ ਵਿੱਚ ਰਹਿ ਸਕਦਾ ਹਾਂ, ਜੋ ਕਿ 10 ਬਾਏ 12 ਗਜ ਦੀ ਹੈ। ਬਜ਼ੁਰਗ ਕਹਿੰਦਾ, ਠੀਕ ਹੈ, ਦੁੱਖ ਦਾ ਸਮਾਂ ਔਖਾ ਸਮਾਂ ਹੈ, ਔਖਾ ਸਮਾਂ ਕੱਢਣ ਲਈ ਕੇਰਾਂ ਮੈਨੂੰ ਛੱਤ ਚਾਹੀਦੀ ਹੈ। ਬਜ਼ੁਰਗ ਕੋਲ ਜੋ ਵੀ ਲੀੜਾ ਕੱਪੜਾ ਸੀ, ਗੱਠੜੀ ਸੀ, ਲੈ ਕੇ ਉਸ ਦੁਕਾਨ ਵਿੱਚ ਪਹੁੰਚ ਗਿਆ, ਜਿਹਦਾ ਗੇਟ ਵੀ ਬਿਲਕੁਲ ਟੁੱਟਿਆ ਹੋਇਆ ਸੀ। ਉੱਥੇ ਕਈ ਹਫ਼ਤੇ ਉਹ ਬਜ਼ੁਰਗ ਰਿਹਾ। ਹੌਲੀ ਹੌਲੀ ਉਹਨੇ ਬਜ਼ੁਰਗ ਨੇ ਦਿਹਾੜੀ ਤੇ ਜਾਣਾ, ਛੋਟੇ ਮੋਟੇ ਕੰਮ ਕਰਨੇ, ਰੇਹੜੀ ਲਾ ਲੈਣੀ, ਕਦੇ ਸਬਜ਼ੀ ਵੇਚਣ ਜਾਣਾ, ਜਿੰਨਾ ਕੁ ਸਰੀਰ ਸਾਥ ਦਿੰਦਾ ਸੀ। ਦੁਖੀ ਬਹੁਤ ਸੀ, ਬਜ਼ੁਰਗ ਅਵਸਥਾ ਹੋ ਗਈ ਸੀ, ਕੰਮ ਇੰਨਾ ਹੁੰਦਾ ਨਹੀਂ ਸੀ, ਤਰਸਯੋਗ ਹਾਲਤ ਸੀ। ਕਈ ਵਾਰ ਮੰਗ ਕੇ ਰੋਟੀ ਖਾਣੀ, ਕੱਪੜੇ ਵੀ ਕਈ ਦਿਨ ਨਹੀਂ ਸੀ ਬਦਲਦਾ। ਬੜੀ ਭੈੜੀ ਹਾਲਤ ਹੋ ਗਈ। ਠੰਡ ਦਾ ਸਮਾਂ ਆਇਆ। ਆਪ ਜੀ ਨੂੰ ਪਤਾ ਹੀ ਹੈ ਕਿ ਬਜ਼ੁਰਗ ਸਰੀਰ ਨੂੰ ਠੰਡ ਦੇ ਵਿੱਚ ਬਹੁਤ ਜ਼ਿਆਦਾ ਠੰਡ ਲੱਗਦੀ ਹੈ। ਸਾਧ ਸੰਗਤ ਜੀ, ਇੱਕ ਦਿਨ ਉਹ ਰਾਤ ਨੂੰ ਬੈਠਾ ਸੀ ਤੇ ਉਹਦੇ ਹੱਥ ਵਿੱਚ ਸੁੱਕੀ ਰੋਟੀ ਸੀ। ਕਿਸੇ ਨੇ ਰੋਟੀ ਵੀ ਨਹੀਂ ਦਿੱਤੀ, ਪੁਰਾਣੀ ਸੁੱਕੀ ਰੋਟੀ ਚੱਬ ਕੇ ਖਾ ਰਿਹਾ ਸੀ ਤੇ ਨਾਲ ਰੋ ਰਿਹਾ ਸੀ ਤੇ ਨਾਲੇ ਅਰਦਾਸ ਕਰ ਰਿਹਾ ਸੀ, ਹੇ ਵਾਹਿਗੁਰੂ ਪਰਮਾਤਮਾ, ਮੈਂ ਇਹੋ ਜਿਹਾ ਪਿਛਲੇ ਜਨਮ ਵਿੱਚ ਕੀ ਮਾੜਾ ਕਰਮ ਕੀਤਾ ਹੈ
ਜੋ ਮੈਨੂੰ ਇਹ ਸਜ਼ਾ ਮਿਲ ਰਹੀ ਹੈ। ਕਿੱਥੇ ਤਾਂ ਮੈਂ ਆਪਣੇ ਧੀਆਂ ਪੁੱਤਰਾਂ ਵਿੱਚ, ਪੋਤੇ ਪੋਤਰੀਆਂ ਵਿੱਚ ਖੇਡਣਾ ਸੀ, ਹੱਸਣਾ ਸੀ, ਪਰ ਅੱਜ ਮੈਂ ਕਿੱਥੇ ਆ ਗਿਆ ਹਾਂ, ਕਿੱਥੇ ਬੈਠਾ ਹਾਂ। ਰਾਤ ਦਾ ਸਮਾਂ ਸੀ। ਉਸ ਬਜ਼ੁਰਗ ਕੋਲ ਕਮਰੇ ਵਿੱਚ ਨਾ ਹੀ ਕੋਈ ਲਾਈਟ ਸੀ। ਉਸ ਬਜ਼ੁਰਗ ਦੇ ਕਮਰੇ ਵਿੱਚ ਬਿਲਕੁਲ ਘੁੱਪ ਹਨੇਰਾ ਸੀ, ਨਾ ਹੀ ਕੋਈ ਲਾਈਟ ਸੀ ਤੇ ਨਾ ਹੀ ਉਹਦੇ ਕੋਲ ਦੀਵਾ ਬੱਤੀ ਜਲਾਉਣ ਲਈ ਸੀ। ਐਨੇ ਨੂੰ ਇੱਕ ਖੜਕਾ ਹੋਇਆ। ਇੱਕ ਨੌਜਵਾਨ ਜਿਹਨੇ ਇੱਕ ਪੱਗ ਬੰਨੀ ਹੋਈ ਸੀ, ਸੋਹਣੀ ਪੱਗ ਬੰਨੀ ਹੋਈ ਨੌਜਵਾਨ ਆਇਆ ਤੇ ਬਜ਼ੁਰਗ ਰੋਟੀ ਚੱਬ ਰਿਹਾ ਸੀ। ਨੌਜਵਾਨ ਨੇ ਨੌਜਵਾਨ ਕੋਲ ਆ ਕੇ ਬੈਠਿਆ ਤੇ ਬਜ਼ੁਰਗਾਂ ਨੂੰ ਕਹਿਣ ਲੱਗਿਆ ਕਿ ਬਜ਼ੁਰਗੋ, ਕੀ ਗੱਲ ਤੁਸੀਂ ਸੁੱਕਾ ਪ੍ਰਸ਼ਾਦਾ ਕਿਉਂ ਛਕ ਰਹੇ ਹੋ? ਤੇ ਕਹਿਣ ਲੱਗਿਆ, ਕਰਮਾਂ ਦੇ ਸੌਦੇ ਨੇ ਤਾਂ ਕਰਕੇ ਆਹ ਹਾਲਤ ਬਣ ਗਈ ਹੈ। ਉਸ ਨੌਜਵਾਨ ਨੇ ਆਪਣੀ ਜੇਬ ਵਿੱਚੋਂ 5000 ਰੁਪਏ ਕੱਢੇ ਤੇ ਉਸ ਬਜ਼ੁਰਗ ਨੂੰ ਦੇਣਾ ਕੀਤੇ, ਪਰ ਉਸ ਬਜ਼ੁਰਗ ਨੇ ਨਾ ਕਰਤੀ। ਕਹਿੰਦਾ, ਪੈਸੇ ਦੀ ਜ਼ਰੂਰਤ ਨਹੀਂ, ਮੈਨੂੰ ਪਿਆਰ ਦੀ ਲੋੜ ਹੈ। ਮੇਰਾ ਕੋਈ ਆਪਣਾ ਨਹੀਂ, ਮੈਂ ਇਕੱਲਾ ਰਹਿ ਗਿਆ ਹਾਂ, ਪੁੱਤਰਾਂ ਧੀਆਂ ਨੇ ਮੈਨੂੰ ਘਰੋਂ ਕੱਢ ਦਿੱਤਾ ਹੈ। ਬਜ਼ੁਰਗ ਪੁੱਛਦਾ ਹੈ, ਤੂੰ ਮੇਰੇ ਤੇ ਇੰਨੀ ਕਿਉਂ ਦਇਆ ਕਰ ਰਿਹਾ ਹੈ, ਤਰਸ ਕਿਉਂ ਕਰ ਰਿਹਾ ਹੈ? ਤੈਨੂੰ ਕੀ ਲੋੜ ਪਈ ਹੈ ਮੇਰੀ ਮਦਦ ਕਰਨ ਦੀ? ਉਸ ਬਜ਼ੁਰਗ ਨੇ ਕਿਹਾ ਕਿ ਤੇਰਾ ਕੀ ਨਾਮ ਹੈ? ਤਾਂ ਉਹ ਨੌਜਵਾਨ ਸੋਹਣੀ ਦਸਤਾਰ ਵਾਲਾ, ਜਿਹਦੀ ਉਮਰ ਸਿਰਫ 17-18 ਸਾਲ ਸੀ, ਉਹ ਕਹਿਣ ਲੱਗਿਆ, ਮੇਰਾ ਨਾਮ ਹਰਚਰਨ ਸਿੰਘ ਹੈ। ਨੌਜਵਾਨ ਨੇ ਆਪਣਾ ਨਾਮ ਹਰਚਰਨ ਸਿੰਘ ਦੱਸਿਆ, ਗੋਰਾ ਰੰਗ, ਪਰ ਬਜ਼ੁਰਗ ਨੇ ਉਹ ਤੋਂ ਪੈਸੇ ਨਹੀਂ ਲੈਤੇ। ਆਖਰਕਾਰ ਉਹ ਨੌਜਵਾਨ ਚਲਿਆ ਗਿਆ। ਫਿਰ ਉਸ ਨੌਜਵਾਨ ਨੇ ਜਾ ਕੇ ਇੱਕ ਸੰਸਥਾ ਨੂੰ, NGO ਨੂੰ ਜਾ ਕੇ ਰਿਪੋਰਟ ਦਿੱਤੀ ਵੀ ਐਦਾਂ ਕੋਈ ਬਜ਼ੁਰਗ ਹੈ, ਉਹ ਰੁਲ ਰਹੇ ਨੇ ਤੇ ਉਹਨਾਂ ਨੂੰ ਤੁਸੀਂ ਪਲੀਜ਼ ਇੱਥੇ NGO ਵਿੱਚ ਲੈ ਕੇ ਆਓ ਤੇ ਉਹਨਾਂ ਦੀ ਸੇਵਾ ਕਰੋ। ਉਸ ਨੌਜਵਾਨ ਨੇ, ਜਿਹਦਾ ਨਾਮ ਹਰਚਰਨ ਸਿੰਘ ਸੀ, ਆਪਣੀ ਜੇਬ ਵਿੱਚੋਂ 5000 ਰੁਪਏ ਦੇ ਦਿੱਤੇ। ਬਾਅਦ ਵਿੱਚ ਉਹ NGO ਆਪਣੀ ਗੱਡੀ ਵਿੱਚ ਸਵਾਰ ਹੋ ਕੇ ਉਸ ਬਜ਼ੁਰਗ ਨੂੰ ਲੈ ਆਏ। ਜਦੋਂ ਬਜ਼ੁਰਗ ਆਇਆ ਤੇ ਬਜ਼ੁਰਗ ਨੇ ਪੁੱਛਿਆ ਵੀ ਤੁਸੀਂ ਕੌਣ ਹੋ? ਉਹਨਾਂ ਨੇ ਦੱਸਿਆ, ਅਸੀਂ NGO ਵਾਲੇ ਸੇਵਾਦਾਰ ਹਾਂ, ਜੋ ਕਿ ਸਮਾਜ ਵਿੱਚ ਇਸੇ ਤਰ੍ਹਾਂ ਆਪ ਜੀ ਦੀ ਤਰ੍ਹਾਂ ਬਜ਼ੁਰਗਾਂ ਦੀ, ਤੁਹਾਡੇ ਵਰਗੇ ਬਜ਼ੁਰਗਾਂ ਦੀ ਸੇਵਾ ਕਰਦੀ ਹੈ। ਕਹਿੰਦਾ, ਤੁਹਾਨੂੰ ਮੇਰੇ ਬਾਰੇ ਕਿਹਨੇ ਦੱਸਿਆ? ਉਹ ਕਹਿੰਦੇ, ਹਰਚਰਨ ਸਿੰਘ ਇੱਕ ਨੌਜਵਾਨ ਆਇਆ ਸੀ। ਐਨੇ ਨੂੰ ਜੋ NGO ਦਾ ਮਾਲਕ ਸੀ ਉਹ ਆਇਆ, ਜੋ ਕਿ ਬੜਾ ਉਸ ਇਲਾਕੇ ਵਿੱਚ ਫੇਮਸ ਸੀ। ਜਦੋਂ ਉਹਨੂੰ ਪਤਾ ਲੱਗਾ ਕਿ ਅੱਜ ਇੱਕ ਬਜ਼ੁਰਗ ਨੂੰ ਲੈ ਕੇ ਆਏ ਆ, ਉਹ ਬਜ਼ੁਰਗ ਨੂੰ ਮਿਲਿਆ ਤੇ ਆਪਣੇ ਟੀਮ ਮੈਂਬਰਾਂ ਨੂੰ ਪੁੱਛਿਆ ਕਿ ਇਹ ਬਜ਼ੁਰਗ ਬਾਰੇ ਤੁਹਾਨੂੰ ਕਿਹਨੇ ਦੱਸਿਆ ਹੈ? ਤਾਂ ਉਸ NGO ਦੇ ਮਾਲਕ ਨੂੰ ਉਹਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇੱਕ ਹਰਚਰਨ ਸਿੰਘ ਨਾਮ ਦਾ ਨੌਜਵਾਨ ਆਇਆ ਸੀ, ਜੋ ਇਹਨਾਂ ਬਾਰੇ ਦੱਸ ਕੇ ਗਿਆ ਸੀ ਤੇ 5000 ਰੁਪਏ ਵੀ ਡੋਨੇਟ ਕਰਕੇ ਗਿਆ ਹੈ। ਕਹਿੰਦਾ, ਕੀ ਤੁਸੀਂ ਮੈਨੂੰ ਉਹਦੀ ਫੋਟੋ ਦਿਖਾ ਸਕਦੇ ਹੋ? ਹਾਂ, ਕਹਿੰਦੇ, ਹਾਂ, ਸਾਡੇ ਨਾਲ ਉਹਨੇ ਫੋਟੋ ਵੀ ਕਰਵਾਈ ਹੈ, ਗਰੁੱਪ ਫੋਟੋ ਕਰਵਾ ਕੇ ਗਿਆ ਹੈ, ਸਾਡੇ ਕੋਲ ਇੱਥੇ 2 ਘੰਟੇ ਰਿਹਾ, ਉਹਨੇ ਸੇਵਾ ਵੀ ਕੀਤੀ ਹੈ। ਜਦੋਂ ਫੋਟੋ ਦੇਖੀ ਤੇ ਇਹ ਉਹੀ ਨੌਜਵਾਨ ਹਰਚਰਨ ਸਿੰਘ ਸੀ ਜੋ UP ਦੇ ਵਿੱਚ ਪਿਛਲੇ ਦਿਨੀ ਕਤਲ ਕਰ ਦਿੱਤਾ ਗਿਆ ਹੈ। ਆਪ ਜੀ ਨੇ ਇਹ ਮੁੱਦਾ ਸੁਣਿਆ ਹੋਣਾ। ਇਹ ਉਹੀ ਨੌਜਵਾਨ ਸੀ ਜਿਹੜਾ ਪਿਛਲੇ ਦਿਨੀ ਕਤਲ ਕਰ ਦਿੱਤਾ ਗਿਆ ਸੀ। ਉਹਦੀ ਰੂਹ ਅਜੇ ਵੀ ਇੱਥੇ ਸਮਾਜ ਦੇ ਵਿੱਚ ਤੁਰੀ ਫਿਰਦੀ ਹੈ। ਉਹ ਜਿਹੜਾ ਮਾਲਕ ਸੀ NGO ਦਾ, ਉਹ ਦੇਖ ਕੇ ਬਹੁਤ ਹੈਰਾਨ ਹੋਇਆ। ਇਹ ਤਾਂ ਕਹਿੰਦਾ ਉਹੀ ਹਰਚਰਨ ਸਿੰਘ ਹੈ ਜਿਸ ਦਾ ਪਿਛਲੇ ਦਿਨੀ ਇੱਥੇ ਪੂਰਨਪੁਰ ਪਿੰਡ ਦੇ ਵਿੱਚ ਕਤਲ ਹੋਇਆ ਹੈ। ਬੜੇ ਹੈਰਾਨ ਹੋਏ। ਬੜਾ ਹੀ ਅਨੋਖਾ ਚਮਤਕਾਰ ਜਦੋਂ ਉਸ ਬਜ਼ੁਰਗ ਨੂੰ ਦੱਸਿਆ। ਕਹਿੰਦਾ, ਹੈ ਮੈਨੂੰ ਤਾਂ ਇਸ ਖਬਰ ਬਾਰੇ ਬਿਲਕੁਲ ਵੀ ਨਹੀਂ ਪਤਾ। ਉਹ ਨੌਜਵਾਨ, ਰੱਬ ਉਸ ਨੌਜਵਾਨ ਦੇ ਰੂਪ ਵਿੱਚ ਆਇਆ ਤੇ ਉਸ ਬਜ਼ੁਰਗ ਦੀ ਹੈਲਪ ਕੀਤੀ, ਮਦਦ ਕੀਤੀ। ਉਹ ਬਜ਼ੁਰਗ ਧਾਹਾਂ ਮਾਰ ਰਿਹਾ ਸੀ, ਰੋ ਰਿਹਾ ਸੀ, ਕੁਰਲਾ ਰਿਹਾ ਸੀ, ਆਪਣੇ ਬੀਤੇ ਹੋਏ ਸਮੇਂ ਨੂੰ ਯਾਦ ਕਰ ਰਿਹਾ ਸੀ। ਬੱਚਿਆਂ ਨੇ ਨਹੀਂ ਪੁੱਛਿਆ, ਪਰ ਕਿਤੇ ਨਾ ਕਿਤੇ ਜਿਹੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ, ਉਹ ਕਬੂਲ ਹੋ ਗਈ। ਗੁਰੂ ਦੇ ਚਰਨਾਂ ਪਾਸ ਕੀਤੀ ਹੋਈ ਅਰਦਾਸ ਜ਼ਰੂਰ ਕਬੂਲ ਹੁੰਦੀ ਹੈ। ਅੱਜ ਉਹ ਬਜ਼ੁਰਗ
NGO ਦੇ ਵਿੱਚ ਰਹਿ ਰਹੇ ਨੇ, ਬਹੁਤ ਸੋਹਣਾ ਜੀਵਨ ਬਸਰ ਕਰ ਰਹੇ ਨੇ। ਕਿੱਥੇ ਉਹਨਾਂ ਨੂੰ ਰੋਟੀ ਪ੍ਰਸ਼ਾਦਾ ਨਹੀਂ ਸੀ ਮਿਲਦਾ, ਧੋਤੇ ਸੋਹਣੇ ਕੱਪੜੇ ਨਹੀਂ ਸੀ, ਚੰਗੀ ਛੱਤ ਨਹੀਂ ਸੀ। ਅੱਜ NGO ਦੇ ਵਿੱਚ ਸੇਵਾਦਾਰ ਉਹਨਾਂ ਦੀ ਸੇਵਾ ਕਰਦੇ ਨੇ। ਉਹਨਾਂ ਨੂੰ ਹਰ ਤਰ੍ਹਾਂ ਦੀ ਦਵਾਈ ਟ੍ਰੀਟਮੈਂਟ ਵੀ ਮਿਲਦਾ ਹੈ, ਚੰਗੇ ਸੋਹਣੇ ਵਸਤਰ ਮਿਲਦੇ ਹਨ, ਸੋਹਣਾ ਨਹਾ ਧੋ ਕੇ ਰਹਿੰਦੇ ਹਨ, ਚੰਗੀ ਛੱਤ ਹੈ, ਖਾਣ ਪੀਣ ਦਾ ਵੀ ਸੋਹਣਾ ਪ੍ਰਬੰਧ ਹੈ। ਸ਼ਾਇਦ ਇੰਨਾ ਤਾਂ ਉਹਦੇ ਬੱਚੇ ਵੀ ਉਹਦੀ ਸੇਵਾ ਨਾ ਕਰਦੇ ਜਿੰਨਾ NGO ਦੇ ਵਿੱਚ ਉਹਦੀ ਸੇਵਾ ਹੋ ਰਹੀ ਹੈ। ਧੰਨ ਨੇ ਇਹੋ ਜਿਹੇ NGO ਚਲਾਉਣ ਵਾਲੇ ਸੇਵਾਦਾਰ ਤੇ ਜਿਹੜੇ ਇਹਨਾਂ ਦੀ ਮਦਦ ਕਰਦੇ ਹਨ। ਸੋ ਸਾਧ ਸੰਗਤ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਕਮੈਂਟ ਵਿੱਚ ਜ਼ਰੂਰ ਵਾਹਿਗੁਰੂ ਲਿਖਣਾ ਨਾ ਭੁੱਲਣਾ। ਕਮੈਂਟ ਵਿੱਚ ਜਾ ਕੇ ਵਾਹਿਗੁਰੂ ਲਿਖਣਾ ਨਾ ਭੁੱਲਣਾ। ਸੋ ਇੰਨੀ ਕੋ ਸਾਡੀ ਬੇਨਤੀ ਪ੍ਰਵਾਨ ਕਰਿਓ। ਸਾਡੀ ਨਿਮਾਣੀ ਜੀ ਕੋਸ਼ਿਸ਼ ਹੈ, ਬੋਲਦਿਆਂ ਬਹੁਤ ਗਲਤੀਆਂ ਹੋ ਜਾਂਦੀਆਂ ਹਨ। ਸਾਧ ਸੰਗਤ ਬਖਸ਼ਣਹਾਰ ਹੈ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।